ਸਭਾ 'ਚ ਬੇਭਰੋਸਗੀ ਮਤੇ ਤੇ ਚਰਚਾ ਜਾਰੀ। ਕਾਂਗਰਸ ਦੇ ਪੀਐਮ ਮੋਦੀ ਨੂੰ ਸਿੱਧੇ ਸਵਾਲ। ਪ੍ਰਧਾਨ ਮੰਤਰੀ ਨੂੰ ਮਣੀਪੁਰ ਤੇ ਬੋਲਣ ਦੇ ਵਿੱਚ ਕਿਉਂ ਲੱਗੇ 80 ਦਿਨ, ਅੱਜ ਤੱਕ ਕਿਉਂ ਨਹੀਂ ਕੀਤਾ ਦੌਰਾ, ਸੂਬੇ ਦੇ ਸੀਐਮ ਨੂੰ ਕਿਉਂ ਨਹੀਂ ਕੀਤਾ ਬਰਖਾਸਤ। ਲੋਕ ਸਭਾ 'ਚ ਬੀਜੇਪੀ ਸਾਂਸਦ ਨਿਸ਼ਿਕਾਂਤ ਦੁਬੇ ਨੇ ਇੰਡੀਆ ਗੱਠਜੋੜ ਤੇ ਬੋਲਿਆ ਹਮਲਾ, ਕਿ ਸਾਰੇ ਇੱਕ ਦੂਜੇ ਦੇ ਨਾਲ ਲੜ ਰਹੇ ਅਤੇ ਨਾਂ ਰੱਖਿਆ ਹੈ ਇੰਡੀਆ। ਆਪਣੇ ਬੇਟੇ ਨੂੰ ਸੈੱਟ ਕਰਨਾ ਚਾਹੁੰਦੇ ਨੇ ਸੋਨੀਆ ਗਾਂਧੀ। ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਪਾਸ ਹੋਣ ਦੇ 24 ਘੰਟੇ ਦੇ ਅੰਦਰ ਕੇਜਰੀਵਾਲ ਕੈਬਨਿਟ 'ਚ ਵੱਡਾ ਫੇਰਬਦਲ। ਆਤੀਸ਼ੀ ਨੂੰ ਸੇਵਾ ਤੇ ਵਿਜੀਲੈਂਸ ਵਿਭਾਗ ਦੀ ਸੌਂਪੀ ਜ਼ਿੰਮੇਵਾਰੀ। ਪਹਿਲਾਂ ਮੰਤਰੀ ਸੌਰਭ ਭਾਰਦਵਾਜ ਦੇ ਕੋਲ ਸਨ ਦੋਵੇਂ ਮੰਤਰਾਲੇ। ਸੱਜਣ ਕੁਮਾਰ ਦੇ ਖਿਲਾਫ ਦੋਸ਼ ਆਇਦ ਕਰਨ ਦਾ ਫੈਸਲਾ ਟਲਿਆ। ਰਾਉਜ਼ਵਿੰਨ ਕੋਰਟ ਹੁਣ 19 ਅਗਸਤ ਨੂੰ ਸੁਣਾਏਗੀ ਫੈਸਲਾ। 84 ਸਿੱਖ ਕਤਲੇਆਮ ਦਾ ਦੋਸ਼ੀ ਹੈ ਸੱਜਣ ਕੁਮਾਰ। ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੇ ਖਿਲਾਫ ਈਡੀ ਨੇ ਸ਼ੁਰੂ ਕੀਤੀ ਜਾਂਚ। ਵਿਜੀਲੈਂਸ ਤੋਂ ਓਪੀ ਸੋਨੀ ਦੀ ਜਾਇਦਾਦ ਤੇ ਬੈਂਕ ਖਾਤਿਆਂ ਦੀ ਮੰਗੀ ਜਾਣਕਾਰੀ। ਈਡੀ ਨੇ ਵਿਜੀਲੈਂਸ ਤੋਂ ਐਫਆਈਆਰ ਦੀਆਂ ਕਾਪੀਆਂ ਵੀ ਮੰਗੀਆਂ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਮਹਿਲਾ ਵਿੰਗ ਦੇ ਨਾਲ ਕੀਤੀ ਅਹਿਮ ਮੀਟਿੰਗ, ਪਰ ਨਹੀਂ ਨਿਕਲਿਆ ਕੋਈ ਹੱਲ। ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਹਰਗੋਬਿੰਦ ਕੌਰ ਪ੍ਰਤੀ ਮਹਿਲਾ ਲੀਡਰਾਂ ਦੀ ਨਾਰਾਜ਼ਗੀ ਬਰਕਰਾਰ। ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਕੇਂਦਰ ਦੀ ਟੀਮ ਅੱਜ ਮੋਹਾਲੀ, ਪਟਿਆਲਾ ਤੇ ਸੰਗਰੂਰ ਦਾ ਕਰ ਰਹੇ ਦੌਰਾ। ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਇਕੱਠਾ ਕਰ ਰਹੇ ਵੇਰਵਾ। ਜ਼ੀਰਕਪੁਰ 'ਚ ਮੁੜ ਚੱਲਿਆ ਨਗਰ ਨਿਗਮ ਦਾ ਬੁਲਡੋਜ਼ਰ। ਏਅਰਫੋਰਸ ਸਟੇਸ਼ਨ ਦੀ ਕੰਧ ਤੇ 100 ਮੀਟਰ ਦਾਇਰੇ ਦੇ ਵਿੱਚ ਢਾਈਆਂ ਨਾਜਾਇਜ਼ ਉਸਾਰੀਆਂ। ਕਰੀਬ 66 ਇਮਾਰਤਾਂ ਤੇ ਚੱਲਿਆ ਪੀਲਾ ਪੰਜਾਬ। ਸੁਨਾਮ 'ਚ ਪਤੀ ਦੇ ਵੱਲੋਂ ਪਤਨੀ ਤੇ ਕੁਹਾੜੀ ਦੇ ਨਾਲ ਹਮਲਾ ਕਰਨ ਦੀ ਵੀਡੀਓ ਆਈ ਸਾਹਮਣੇ। ਸੜਕ ਵਿਚਾਲੇ ਹੀ ਗਰਦਨ ਤੇ ਕੀਤੇ ਕਈ ਵਾਰ। ਮਹਿਲਾ ਦੀ ਹਾਲਤ ਬਣੀ ਹੋਈ ਹੈ ਗੰਭੀਰ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਤਾਂ ਸ਼ੁਰੂਆਤ ਕਰਦੇ ਬੁਲੇਟਿਨ ਦੀ ਰਾਹੁਲ ਗਾਂਧੀ ਤੋਂ। ਰਾਹੁਲ ਗਾਂਧੀ ਨੂੰ ਮੁੜ ਤੋਂ ਆਪਣਾ ਪੁਰਾਣਾ ਘਰ ਮਿਲ ਸਕਦਾ ਹੈ। ਸੋਰਸਿਸ ਦੇ ਹਵਾਲੇ ਤੋਂ ਇੱਕ ਖਬਰ ਹੈ, 12 ਤੁਗਲਕ ਲੇਨ ਵਾਲਾ ਘਰ ਜਿਹੜਾ ਹੈ ਉਹ ਮਿਲ ਸਕਦਾ ਹੈ। ਐਮਪੀ ਦੇ ਵਜੋਂ ਮੈਂਬਰਸ਼ਿਪ ਬਹਾਲ ਹੋਣ ਤੇ ਘਰ ਮਿਲੇਗਾ। ਤਾਂ ਐਮਪੀ ਦਾ ਅਹੁਦਾ ਜਾਣ ਤੇ ਦੱਸਦੇ ਕਿ ਖਾਲੀ ਕਰ ਦਿੱਤਾ ਗਿਆ ਸੀ ਘਰ। ਪੁਰਾਣਾ ਘਰ ਮਿਲਣ ਦੀਆਂ ਖਬਰਾਂ ਤੇ ਰਾਹੁਲ ਗਾਂਧੀ ਦਾ ਬਿਆਨ ਵੀ ਆਇਆ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਪੂਰਾ ਹਿੰਦੁਸਤਾਨ ਹੀ ਮੇਰਾ ਘਰ ਹੈ। ਤਾਂ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਪੂਰਾ ਹਿੰਦੁਸਤਾਨ ਹੀ ਮੇਰਾ ਘਰ ਹੈ। ਇੱਕ ਸਿਆਸੀ ਤੌਰ ਤੇ ਇਸ ਨੂੰ ਬਿਆਨ ਨੂੰ ਵੇਖ ਸਕਦੇ ਹਾਂ, ਪਰ ਘਰ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਜਾਂ ਦੁਬਾਰਾ ਤੋਂ ਘਰ ਮਿਲ ਸਕਦਾ ਹੈ, ਜਾਣਕਾਰੀ ਸਾਹਮਣੇ ਆ ਰਹੀ ਹੈ। ਸੋਰਸਿਸ ਦੇ ਹਵਾਲੇ ਤੋਂ ਦੱਸ ਦਈਏ ਕਿ ਮੈਂਬਰਸ਼ਿਪ ਰੱਦ ਹੋਈ ਸੀ। 2 ਸਾਲ ਦੀ ਸਜ਼ਾ ਸੂਰਤ ਕੋਰਟ ਦੇ ਸੁਣਾਉਣ ਤੋਂ ਬਾਅਦ ਮੈਂਬਰਸ਼ਿਪ ਰੱਦ ਹੋਈ ਸੀ ਔਰ ਘਰ ਵੀ ਜਿਹੜਾ ਉਹ ਖਾਲੀ ਕਰਨਾ ਪਿਆ ਸੀ, ਜਿਸ ਦੇ ਵਿੱਚ ਲੰਮੇ ਸਮੇਂ ਤੋਂ ਕਾਫੀ ਸਾਲਾਂ ਤੋਂ ਰਾਹੁਲ ਗਾਂਧੀ ਉੱਥੇ ਰਹਿ ਰਹੇ ਸਨ। ਉਸ ਤੋਂ ਬਾਅਦ ਉਹ ਫਿਰ ਸੋਨੀਆ ਗਾਂਧੀ ਦੇ ਘਰ ਦੇ ਵਿੱਚ ਉਹ ਸ਼ਿਫਟ ਹੋ ਗਏ ਸਨ। ਤਾਂ ਜਿਸ ਤੋਂ ਬਾਅਦ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦਾ ਪੁਰਾਣਾ ਜੋ ਘਰ ਹੈ ਉਹਨਾਂ ਨੂੰ ਵਾਪਸ ਮਿਲ ਸਕਦਾ ਹੈ। ਰਾਹੁਲ ਗਾਂਧੀ ਦੀ ਘਰ ਵਾਪਸੀ ਹੋਵੇਗੀ ਇੱਕ ਕਿਸਮ ਦੇ ਨਾਲ, ਕਿਉਂਕਿ ਇਹ ਉਹ ਤਸਵੀਰਾਂ ਨੇ ਜਿਸ ਘਰ ਨੂੰ ਸੌਂਪਿਆ ਗਿਆ ਸੀ। ਹਾਲਾਂਕਿ ਇਹ ਵੇਖਣਾ ਹੋਏਗਾ ਕਿ ਵਾਪਸ ਉਸ ਘਰ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਆਉਂਦੇ। ਇਹ ਵੀ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਇਹ ਮਸਲਾ ਵੀ ਵੱਡਾ ਉੱਠਿਆ ਸੀ ਕਾਂਗਰਸੀ ਪੂਰੇ ਦੇਸ਼ ਦੇ ਵਿੱਚ। ਸਭ ਨੇ ਸਵਾਲ ਚੁੱਕੇ ਸੀ ਕਾਂਗਰਸੀਆਂ ਨੇ ਕਿ ਆਖਰਕਾਰ ਅਜਿਹਾ ਗਲਤ ਕੀਤਾ ਜਾ ਰਿਹਾ ਹੈ। ਇਹ ਸਿੱਧੇ ਤੌਰ ਤੇ ਸਿਆਸੀ ਬਦਲਾਖੋਰੀ ਹੈ। ਸਿਆਸੀ ਬਦਲਾਖੋਰੀ ਦੇ ਤਹਿਤ ਹੀ ਹੈ ਸਾਰਾ ਕੁਝ ਜੋ ਕਾਰਵਾਈ ਕੀਤੀ ਜਾ ਰਹੀ ਹੈ। ਪਰ ਉੱਥੇ ਹੀ ਬਹੁਤ ਸਾਰੇ ਤਰਕ ਬੀਜੇਪੀ ਦੇ ਆਗੂ ਜਿਹੜੇ ਨੇ ਆਪਣੇ ਪੱਖੋਂ ਦੇ ਰਹੇ ਸਨ। ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਹੋਰ ਪੁਰਾਣੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਸਜ਼ਾ ਹੋਈ, ਜਿਨ੍ਹਾਂ ਦੇ ਨਾਲ ਅਜਿਹਾ ਹੋਇਆ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ। ਪਰ ਹੁਣ ਇਹ ਵੇਖਣਾ ਹੋਏਗਾ, ਇਹ ਫੈਸਲਾ ਵੇਖਣਾ ਹੋਏਗਾ ਰਾਹੁਲ ਗਾਂਧੀ ਦਾ ਕੀ ਕੁਝ ਹੋਏਗਾ ਜੇਕਰ ਉਹਨਾਂ ਨੂੰ ਘਰ ਵਾਪਸ ਮਿਲਦਾ ਹੈ ਪ੍ਰੋਟੋਕੋਲ ਦੇ ਮੁਤਾਬਿਕ। ਤਾਂ ਉਸ ਤੋਂ ਬਾਅਦ ਕੀ ਰਾਹੁਲ ਗਾਂਧੀ ਵਾਪਸ ਉਸੇ ਘਰ 'ਚ ਆਉਂਦੇ ਨੇ ਜਾਂ ਨਹੀਂ, ਕਿਉਂਕਿ ਜਿਸ ਘਰ ਦੀਆਂ ਚਾਬੀਆਂ ਉਹ ਸੌਂਪ ਚੁੱਕੇ ਨੇ, ਜਿਸ ਘਰ ਨੂੰ ਉਹ ਖਾਲੀ ਕਰ ਚੁੱਕੇ ਨੇ, ਜਿੱਥੋਂ ਉਹ ਆਪਣਾ ਸਮਾਨ ਲੈ ਕੇ ਜਾ ਚੁੱਕੇ ਨੇ, ਉਹ ਘਰ ਉੱਥੇ ਉਹ ਵਾਪਸ ਆਉਂਦੇ ਨੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਇਹ ਜ਼ਰੂਰ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਉਹਨਾਂ ਦਾ ਪੁਰਾਣਾ ਘਰ ਜ਼ਰੂਰ ਮਿਲ ਸਕਦਾ ਹੈ। ਤਾਂ ਉਹਨਾਂ ਦਾ ਬਿਆਨ ਵੀ ਆ ਗਿਆ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਮੇਰਾ ਸਾਰਾ ਹਿੰਦੁਸਤਾਨ ਹੀ ਮੇਰਾ ਘਰ ਹੈ। ਤਾਂ ਇਸ ਕਿਸਮ ਦਾ ਉਹਨਾਂ ਨੇ ਬਿਆਨ ਦਿੱਤਾ ਹੈ। ਪਿਛਲੇ ਦਿਨਾਂ 'ਚ ਸਰਗਰਮ ਬੇਕਦ ਰਹੇ ਨੇ ਰਾਹੁਲ ਗਾਂਧੀ। ਅੱਗੇ ਵਧਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਗੱਲ ਨਹੀਂ ਬਣੀ ਹੈ। ਤਾਂ ਵੱਡੀ ਖਬਰ ਹੈ, ਮਹਿਲਾ ਲੀਡਰਸ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ। ਤਾਂ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਹਰਗੋਬਿੰਦ ਕੌਰ ਦੇ ਖਿਲਾਫ ਨਾਰਾਜ਼ਗੀ ਬਰਕਰਾਰ ਹੈ। ਸੁਖਬੀਰ ਬਾਦਲ ਦੇ ਕੋਲ ਮਹਿਲਾ ਲੀਡਰਸ ਨੇ ਆਪਣਾ ਪੱਖ ਰੱਖਿਆ ਹੈ। ਸੁਖਬੀਰ ਬਾਦਲ ਨੂੰ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਨੇ ਫੈਸਲੇ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਮਹਿਲਾ ਲੀਡਰ ਦਾ ਇਹ ਕਹਿਣਾ ਹੈ
ਅਸੀਂ ਆਪਣੇ ਫੈਸਲੇ ਤੇ ਕਾਇਮ ਹਾਂ ਤਾਂ ਦੁਬਾਰਾ ਫਿਰ ਮੀਟਿੰਗ ਬੁਲਾਈ ਜਾਵੇਗੀ। ਤਾਂ ਮਹਿਲਾ ਲੀਡਰ ਦੇ ਵੱਲੋਂ ਇਹ ਕਿਹਾ ਗਿਆ ਹੈ, ਉਹਨਾਂ ਨੇ ਬਾਹਰ ਆ ਕੇ ਇਹ ਦੱਸਿਆ ਹੈ ਮੀਟਿੰਗ ਤੋਂ ਬਾਅਦ ਕਿ ਅਸੀਂ ਆਪਣਾ ਪੱਖ ਰੱਖ ਦਿੱਤਾ ਹੈ। ਅਸੀਂ ਇਹ ਕਿਹਾ ਹੈ ਕਿ ਦੁਬਾਰਾ ਤੋਂ ਵਿਚਾਰ ਕੀਤਾ ਜਾਵੇ ਔਰ ਇਹ ਵੀ ਹੈ ਕਿ ਦੁਬਾਰਾ ਤੋਂ ਮੀਟਿੰਗ ਬੁਲਾਈ ਜਾਏਗੀ। ਦੱਸ ਦਈਏ ਕਿ ਇਹ ਹਰਗੋਬਿੰਦ ਕੌਰ ਨੂੰ ਜਦੋਂ ਇਸਤਰੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਉਸ ਤੋਂ ਬਾਅਦ ਬੇਹੱਦ ਨਾਰਾਜ਼ਗੀ ਵਧੀ, ਜਿਸ ਤੋਂ ਬਾਅਦ ਅੱਜ ਮੀਟਿੰਗ ਸੱਦੀ ਗਈ ਸੀ। ਤਾਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਗਈ ਹੈ। ਸੁਖਬੀਰ ਬਾਦਲ ਦੇ ਨਾਲ ਇਹ ਮੀਟਿੰਗ ਹੋਈ ਹੈ, ਪ੍ਰਧਾਨ ਦੇ ਨਾਲ ਮੀਟਿੰਗ ਹੋਈ ਹੈ ਮਹਿਲਾ ਲੀਡਰ ਦੀ ਔਰ ਬਾਕੀ ਹੋਰ ਮੈਂਬਰ ਸਨ ਤਾਂ ਸਹਿਮਤੀ ਨਹੀਂ ਬਣੀ ਹੈ। ਇਹ ਜਾਣਕਾਰੀ ਸਾਹਮਣੇ ਆ ਰਹੀ ਹੈ। लगभग कोई 35 साल तो कोई 40 साल तो लंबा समा पार्टी ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਕੋਈ ਪਾਰਟੀ ਦੀਆਂ ਕਈ ਗੱਲਾਂ ਬਾਤਾਂ ਹੁੰਦੀਆਂ, ਕਈ ਵਿਚਾਰਾਂ ਹੁੰਦੀਆਂ ਨੇ, ਉਹ ਅਸੀਂ ਪ੍ਰਧਾਨ ਸਾਹਿਬ ਸਾਡੇ ਆਪਣੇ ਨੇ, ਅਸੀਂ ਉਹਨਾਂ ਨੂੰ ਇਸ ਦੱਸਣਾ ਬਣਦਾ ਸੀ। ਇਸ ਕਰਕੇ ਸਾਨੂੰ ਸਮਾਂ ਹੀ ਅੱਜ ਜ਼ਿਆਦਾ ਦਿੱਤਾ ਸੀ ਉਹਨਾਂ ਨੇ। ਇੱਕ ਪਰਿਵਾਰਕ ਤੌਰ ਤੇ ਅਸੀਂ ਬੈਠ ਕੇ ਗੱਲ ਕੀਤੀ। ਨਹੀਂ ਦੇਖੋ, ਪ੍ਰਧਾਨ ਸਾਹਿਬ ਨੇ ਜਿਹੜਾ ਅਸੀਂ ਪਹਿਲਾਂ ਆਪਣਾ ਫੈਸਲਾ ਸੁਣਾ ਚੁੱਕੇ ਆ ਹਨਾ, ਤੇ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਥੋੜਾ ਸਮਾਂ ਦਿਓ ਤੇ ਆਪਾਂ ਫਿਰ ਰਲ ਮਿਲ ਕੇ ਇਹਦਾ ਕੋਈ ਹੱਲ ਕੱਢਦੇ ਹਾਂ। ਦੁਬਾਰਾ ਮੀਟਿੰਗ ਲਈ ਉਹਨਾਂ ਨੇ ਕੀਤਾ। ਨਹੀਂ, ਅਸਤੀਫੇ ਤਾਂ ਅਸੀਂ ਦੇ ਚੁੱਕੇ ਹਾਂ ਪਹਿਲਾਂ। ਨਹੀਂ, ਅਸੀਂ ਤਾਂ ਦੇਖੋ ਆਪਣੇ ਅਸੀਂ ਤਾਂ ਦੇਖੋ ਉਸੇ ਫੈਸਲੇ ਤੇ ਖੜੇ ਹਾਂ। ਅਸੀਂ ਇਹ ਬੀਬੀ ਦੀ ਅਗਵਾਈ 'ਚ ਕਦੇ ਕੰਮ ਨਹੀਂ ਕਰਾਂਗੇ। ਜਲਦੀ ਮੀਟਿੰਗ ਬੁਲਾਉਣਗੇ। ਨਹੀਂ, ਬਸ ਇਹੀ ਅਸੀਂ ਆਪਣੀ ਗੱਲਬਾਤ ਰੱਖੀ ਹੈ ਤੇ ਉਹਨਾਂ ਨੇ ਪ੍ਰਧਾਨ ਜੀ ਨੇ ਵਿਚਾਰਾਂ ਸਾਡੀਆਂ ਸੁਣੀਆਂ ਤੇ ਹੁਣ ਇੱਕਦਮ ਤਾਂ ਫੈਸਲਾ ਨਹੀਂ ਹੁੰਦਾ, ਥੋੜਾ ਟਾਈਮ ਤਾਂ ਲੱਗਦਾ। ਨਹੀਂ, ਪ੍ਰਧਾਨ ਜੀ ਨੇ ਸਾਨੂੰ ਇਹ ਮਹਿਸੂਸ ਵੀ ਕੀਤਾ ਉਹਨਾਂ ਨੇ ਕਿ ਚਲੋ ਉਹਨਾਂ ਨੇ ਕਿਸੇ ਹੋਰ ਪੁਆਇੰਟ ਆਫ ਵਿਊ ਨਾਲ ਦੇਖ ਕੇ ਬਣਾਇਆ ਹੋਣਾ ਤੇ ਆਪਾਂ ਹੁਣ ਕਹਿ ਨਹੀਂ ਸਕਦੇ ਇਸ ਗੱਲ ਨੂੰ ਕੁਝ। ਤੇ ਜਿਹੜੀ ਸਾਡੇ ਮਨਾਂ 'ਚ ਗੱਲਾਂ ਸੀਗੀਆਂ ਅਸੀਂ ਉਹ ਸਾਰੀਆਂ ਕਰਕੇ ਆਏ। ਨਹੀਂ, ਇਤਰਾਜ਼ ਇਸ ਗੱਲ ਦਾ ਨਹੀਂ ਹੈਗਾ। ਇਤਰਾਜ਼ ਇਸ ਗੱਲ ਦਾ ਹੈਗਾ ਕਿ ਬੀਬੀ ਜਿਸ ਦਿਨ ਉਹ ਜੁਆਇਨ ਕੀਤੀ ਹੈ ਉਸੇ ਦਿਨ ਬੀਬੀ ਨੇ ਤਾਂ ਸਾਫ਼ ਕਰਤਾ ਸੀ ਕਿ ਮੈਂ ਇਕੱਲਿਆਂ ਜੁਆਇਨ ਕੀਤੀ ਹੈ, ਮੇਰੇ ਨਾਲ ਕੋਈ ਹੋਰ ਬੀਬੀ ਨਹੀਂ ਜੁਆਇਨ ਕੀਤੀ। ਪਹਿਲਾਂ ਸਾਨੂੰ ਕੰਮ ਕਰਵਾ ਕੇ ਉਹਦੀ ਕਾਬਲੀਅਤ ਦੇਖ ਲੈਣੀ ਚਾਹੀਦੀ ਸੀ ਕਿ ਬੀਬੀ ਇਸ ਕਾਬਲ ਹੈ ਕਿ ਉਹ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਬੀਬੀਆਂ ਜੋੜ ਸਕੇ। ਮੀਟਿੰਗ ਵਿੱਚ ਕਿੰਨੀਆਂ ਬੀਬੀਆਂ ਸੀਗੀਆਂ, ਸਟੇਟ ਲੈਵਲ ਦੀਆਂ ਕਿੰਨੀਆਂ? ਲਗਭਗ ਮੇਨ ਅਹੁਦੇਦਾਰੇ ਸੀਗੀਆਂ 22 ਤੇ 1 ਬੀਬੀਆਂ ਸੀਗੀਆਂ ਇਸ ਮੀਟਿੰਗ ਦੇ ਵਿੱਚ। ਤਾਂ ਸਾਫ਼ ਤੌਰ ਤੇ ਇਹ ਕਹਿਣਾ ਹੈ ਮਹਿਲਾ ਲੀਡਰਾਂ ਦਾ ਕਿ ਅਸੀਂ ਅਗਵਾਈ ਦੇ ਵਿੱਚ ਹਰਗੋਬਿੰਦ ਕੌਰ ਦੀ ਨਹੀਂ ਕਰਾਂਗੇ ਕੰਮ। ਤਾਂ ਸਾਫ਼ ਤੌਰ ਤੇ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ। ਸਿੱਧਾ ਚੱਲਦੇ ਹਾਂ, ਅਮਨ ਭਾਰਦਵਾਜ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ। ਜੀ ਅਮਨ, ਓਵਰ ਟੂ ਯੂ। बिल्कुल गुरजोत, देखो इस्त्री विंग दी इस्त्री अकाली दल जो है उसकी बैठक हुई है और पार्टी दफ्तर दियां ये तस्वीरां ने हाले भी मीटिंग जड़ियां है वो कीतियां जा रही हैं। SOI होवे, उस तो इलावा BSP जो है बहुजन समाज पार्टी उन्होंने नुमाइंदे मिल के गए ने और इसी कमरे के अंदर जो मीटिंग हॉल है इत्थे मीटिंग तकरीबन 2.5 ਤੋਂ 3 घंटे चली है और हाले भी जो इस्त्री विंग जिन्होंने इस्तीफा दिता वो दलजीत सिंह चीमा का जिथे कमरा है उस कमरे के अंदर मीटिंग जी है उन्होंने वालों की जा रही है और एक जो निकल के आया है सिट्टा निकल के आया है कि सख्त स्टैंड हैगा है इन्होंने इस्त्री विंग महिलावां का जो महिला लीडर हैगे हैं अकाली दल के कि इस्तीफा जदों तक नहीं हुंदा या बदलिया नहीं जाता या फैसले ते मुड़ ते विचार नहीं हुंदा, फैसले नूं बदलिया नहीं जाता, अपने इस्तीफे ते कायम ने। और हरगोबिंद कौर उन्होंने प्रधान क्योंकि इस्त्री विंग का लगाया गया उस तो ये नाराजगी सब तो पहला छलकी सी 15 जुलाई के दिन जिहड़ा है इन्हां वल्लों इस्तीफे दिते गए सी इस्त्री विंग तो और तकरीबन 35 ਤੋਂ 40 ਜਣੀਆਂ ਜੋ ਮਹਿਲਾ ਲੀਡਰ ਹੈ ਇਸਤਰੀ ਵਿੰਗ ਅਕਾਲੀ ਦਲ ਉਹਨਾਂ ਦੇ ਵੱਲੋਂ ਇਸਤੀਫੇ ਦਿੱਤੇ ਗਏ ਸੀ ਔਰ ਅੱਜ ਇੱਥੇ ਪਾਰਟੀ ਦਫ਼ਤਰ ਬੁਲਾ ਕੇ ਇਹਨਾਂ ਦਾ ਪੱਖ ਸੁਣਿਆ ਗਿਆ ਹੈ ਕਿਉਂਕਿ ਪਹਿਲਾਂ ਇਹ ਮੰਗ ਸੀ ਕਿ ਸਾਡਾ ਪੱਖ ਨਹੀਂ ਸੁਣਿਆ ਗਿਆ, ਸਾਡੇ ਤੇ ਫੈਸਲਾ ਥੋਪਿਆ ਗਿਆ ਔਰ ਇੱਕ ਬਾਹਰ ਦੇ ਟਕਸਾਲੀ ਅਕਾਲੀ ਦਲ ਮਹਿਲਾਵਾਂ ਨੂੰ ਛੱਡ ਕੇ ਬਾਹਰ ਦੇ ਜੋ ਨਵੇਂ ਆਏ ਨੇ ਜੋ ਕਤਾਰ 'ਚ ਸਭ ਤੋਂ ਪਿੱਛੇ ਲੱਗੇ ਨੇ ਉਹਨਾਂ ਨੂੰ ਫੜ ਕੇ ਅੱਗੇ ਲਗਾ ਦਿੱਤਾ ਗਿਆ, ਉਹਨਾਂ ਨੂੰ ਪ੍ਰਧਾਨ ਲਗਾ ਦਿੱਤਾ ਗਿਆ। ਇਹ ਪੱਖ ਸੀਗਾ ਔਰ ਅੱਜ ਉਹ ਬੈਠਕ ਦੇ ਅੰਦਰ ਉਸ ਤੇ ਚਰਚਾ ਵੀ ਕੀਤੀ ਗਈ ਜਿਸ 'ਚ ਸੁਖਬੀਰ ਸਿੰਘ ਬਾਦਲ ਜੋ ਪ੍ਰਧਾਨ ਨੇ ਅਕਾਲੀ ਦਲ ਦੇ, ਬਲਵਿੰਦਰ ਸਿੰਘ ਭੁੰਦੜ, ਦਲਜੀਤ ਸਿੰਘ ਚੀਮਾ ਇਹ ਤਿੰਨ ਅੰਦਰ ਮੌਜੂਦ ਸੇ ਔਰ 25 ਤੋਂ 30 ਜਣੇ ਜਿਨ੍ਹਾਂ ਨੇ ਇਸਤੀਫਾ ਦਿੱਤਾ ਹੈ
ਜਿਨ੍ਹਾਂ 'ਚ ਜੋ ਜਿੰਨੇ ਵੀ ਜੋ ਪੁਰਾਣੇ ਇਸਤਰੀ ਵਿੰਗ ਨਾਲ ਜੁੜੇ ਹੋਏ ਨੇ, ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਪੱਖ ਜਾਣਿਆ ਗਿਆ। 20 ਤੋਂ 25 ਜਣੇ ਸੀਗੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੋਇਆ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਬੈਠਕ ਦੇ ਅੰਦਰ ਸੁਖਬੀਰ ਬਾਦਲ ਉਹਨਾਂ ਵੱਲੋਂ ਪੱਖ ਜਾਣਿਆ ਗਿਆ ਔਰ ਇਹ ਵੀ ਮੰਨਿਆ ਗਿਆ ਕਿ ਉਹਨਾਂ ਨੇ जो ये फैसला लिया इस पर मुड़ विचार करेंगे। हो सकता है फैसला जे नहीं गुलजार तो इस पर विचार करके इस फैसले ते कि इसनूं बदलिया जाना है या की स्टैंड रखना है इस पर विचार किया जाएगा और दोबारा मीटिंग दोबारा जिहड़ी है इन्हां लीडर्स दे नाल कॉल की जाएगी। और ये जदों तक फैसला बदलिया नहीं जाता या इस फैसले ते विचार नहीं होंदा, दोबारा मीटिंग नहीं होंदी, उदों तक इस्त्री अकाली विंग अपने स्टैंड ते कायम है कि जिहड़ा इस्तीफा दिता है वो इस्तीफे ज्यों दे त्यों बरकरार रहणगे। और हाले भी कुछ ही देर हो सकता है कि सुखबीर बादल जो प्रधान ने वो बाहर आउण क्योंकि उन्हां वल्लों 2.5 ਤੋਂ 3 घंटे इन्हां नूं समझाउण दी कोशिश की गई है, लेकिन अपने स्टैंड ते इस्त्री अकाली विंग जो है जिन्हां ने बगावत की सीधे तौर पर और हाले भी अपने स्टैंड ते कायम ने। पार्टी दफ्तर पार्टी के विरोधी स्टैंड है कि पार्टी ने जो फैसला लिया, पार्टी प्रधान ने जो फैसला लिया वो सही नहीं है, उस पर विचार करने की जरूरत है और इस स्टैंड ते कायम नहीं हो सकता है कि आने वाले दिनों च समझाने के लिए दोबारा बैठक जिहड़ी है इन्हां दे नाल कीती जाए, पर अज कोई सिट्टा गुरजोत नहीं निकलिया। जी जी ठीक है अमन, धन्यवाद है तमाम जानकारी ली। तो फिलहाल कोई सिट्टा निकलता हुआ नज़र नहीं आ रहा है। महिला जिहड़ियां लीडर्स ने यानी कि पुराने जिहड़े महिला मैंबर ने श्रोमणी अकाली दल दे वो नाराज़ ने, खासे नाराज़ ने। उन्हां दा कहना है कि फैसला बदलिया ही जाएगा। वो हरगोबिंद कौर की अगवाई दे विच काम नहीं करनगे पार्टी दे विच। पूरे कम्युनिस्ट के पार्टी पूरा टूट पड़ा फिजिकली। ये तो लकीली मैं और हमारे पार्टी के कुछ सदस्य वहां सामने बैठे थे, हम लोग बिल्कुल आगे कूद गए और फिजिकली हम लोग ने जाके रुका कि इस तरह का लोकसभा में आपके संख्या बल पर एक महिला सांसद को इस तरह से आप लोग अटैक नहीं कर सकते हैं। आज ममता जी शायद याद नहीं करते होंगे या उनके टीएमसी वाले संख्या थोड़ा बढ़ गई तो शायद उनमें कुछ अलग सा उसका व्यवहार में बदल गए तो वो उनका भाषा भी बदल चुके हैं, लेकिन हम लोग ऐसे चीजों को भूलते नहीं हैं। सर आज हम लोग जब देश इतना तेजी से आगे बढ़ रहे हैं, दुनिया का बड़ी जो आर्थिक शक्ति जितने भी हैं, जो बड़े इकोनॉमीज है, उसमें सबसे फास्टेस्ट ग्रोइंग बिग इकोनॉमी में इंडिया नंबर 1 है। तो ऐसा में कम से कम आप हमको पसंद ना करें, भारतीय जनता पार्टी का आइडियोलॉजी को आप सपोर्ट ना करें, प्रधानमंत्री मोदी जी को आप पसंद ना करते होंगे, लेकिन जब देश तरक्की कर रहे हैं, भारत आगे बढ़ रहा है, तो भारत के नाम से तो आप साथ देना चाहिए। आप इंडिया नाम रखने से कुछ नहीं होता है, भारत के विरोध काम करेंगे और नाम इंडिया रखेंगे। ये हमारे देश के लोग पूरा देख रहे हैं। आप लोगों का जो गुमराह करने का तरीका है, उस बहकावे में कोई आने वाला नहीं है। सर मेरा कुछ जो तथ्य रखना चाहते हैं उसमें, क्योंकि आज गौरव जी बोलते बोलते उन्होंने मणिपुर और नॉर्थ ईस्ट से शुरू किया, इसलिए मैं कुछ बातें वहीं से शुरू करता हूं। सबसे पहले तो जब 2014 में मोदी जी इस देश का प्रधानमंत्री बने, उसके पहले का परिस्थिति का थोड़ा समझिए। मैं इस सदन में पीछे बैठ करके गला फाड़ फाड़ करके हम उस समय के यूपीए सरकार को हम हाथ जोड़ के हम उनको मांग करते थे, पुकारते थे कि कभी कभी आप नॉर्थ ईस्ट का तरफ भी ध्यान रखिए, कभी कभी आप समय निकल करके नॉर्थ ईस्ट की तरफ देखिए। उस समय का तत्कालीन प्रधानमंत्री डॉक्टर मनमोहन सिंह जी तो खुद राज्यसभा, तो लोकसभा से नहीं आए थे, असम के सीट से, असम के कोटा से राज्यसभा के सदस्य बने, 2 बार प्रधानमंत्री बने। कभी भी विकास के नाम पर नॉर्थ ईस्ट का दौरा नहीं किया। 1-2 बार औपचारिक कार्यक्रम के लिए गए होंगे, लेकिन कभी भी हमारे नॉर्थ ईस्ट के सांसदों के साथ, नॉर्थ ईस्ट के मुख्यमंत्रियों के साथ बैठ करके कभी भी नॉर्थ ईस्ट के बारे में चर्चा नहीं किया।
आज आप लोग मणिपुर का नाम लेकर के, नॉर्थ ईस्ट का नाम लेकर के बार बार जो आप लोग बोल रहे हैं, काश आप लोग 2014 के पहले के परिस्थिति को याद करते तो आपको आज नॉर्थ ईस्ट का नाम अपने जुबान पर लेने के लिए भी आपको सोचना पड़ना था। लेकिन आप लोग भूतकाल में जाना नहीं चाहते हैं और ऐसे ही राजनीतिक बयानबाजी में देश को गुमराह करना चाहते हैं। नॉर्थ ईस्ट के जो राज्य है पॉपुलेशन की दृष्टि से बहुत बड़ा नहीं होते हैं। पॉपुलेशन के हिसाब से हमारे वहां के जो मेंबर्स ऑफ पार्लियामेंट का संख्या भी कम है। कांग्रेस पार्टी का जब चीफ मिनिस्टर कॉन्फ्रेंस हुए और नॉर्थ ईस्ट के चीफ मिनिस्टर जब भाषण देते थे तो उस समय कांग्रेस के जो वरिष्ठ नेता थे वो कहते थे कि नॉर्थ ईस्ट के एमपी आपके पास और नॉर्थ ईस्ट का चीफ मिनिस्टर आपके पास एमपी कम है, इसलिए आपको कम बोलना चाहिए। मेरे प्रदेश का मुख्यमंत्री भाषण करके सिर्फ 2 ही मिनट हुए थे और कांग्रेस के सारे वरिष्ठ ने कहा कि नहीं नहीं आप अभी मत बोलिए, आप खत्म कीजिए, छोटा स्टेट है इसलिए कम बोलना चाहिए। मैं आज फक्र के साथ कहना चाहता हूं, मैं अपना प्रदेश से, अरुणाचल प्रदेश से पहली बार कैबिनेट मंत्री बना है। इतने सालों के बाद आज हम लोग नॉर्थ ईस्ट से 2 कैबिनेट मंत्री और 5 राज्य मंत्री हैं और इस देश का मैं पहला ट्राइबल लॉ मिनिस्टर भी बना। ये जो इसको कोई टोकन, इसको कोई डेकोरेटिव एक्शन मत सोचिए। माइनॉरिटी तो मैं हूं, लेकिन मोदी जी ने माइनॉरिटी और कमजोर सोचने का मौका ही नहीं दिया, क्योंकि आज हम जहां खड़ा है, अगर मैं अरुणाचल में खड़ा हूं, मणिपुर में खड़ा हूं, जहां भी मैं खड़ा हूं वही जगह इंडिया का मेन स्ट्रीम बन जाता है। पहले लोग कहते थे कि आप लोग मेन स्ट्रीम में जुड़िए, मेन स्ट्रीम में जुड़िए। आज हर एक भारत का हर एक हिस्सा देश का मेन स्ट्रीम बन चुका है। इसलिए आप लोग को सोचना पड़ेगा कुछ कहने से पहले। नॉर्थ ईस्ट के बारे में आप लोगों ने बहुत जिक्र किया, खास करके मणिपुर के बारे में। आप लोग को पता है आज जो मणिपुर के अंदर जो संघर्ष हो रहे हैं और वहां मैते कम्युनिटी और चीन, कुकी, जो मार कम्युनिटी का बीच में जो संघर्ष चल रहे हैं, वो ऐसा मत सोचिए कि आज उसका चिंगारी अचानक से उत्पन्न हुआ है, ऐसा मत सोचिए। बरसों से आपका नेग्लिजेंस, बरसों से जो आपने नॉर्थ ईस्ट को अपने पे मरने के लिए छोड़ दिया, हैंड होल्डिंग करने के लिए आप सोचा नहीं है, उसी का नतीजा है। मैं आज वायलेंस के लेकर के पूरा डिटेल में नहीं कहूंगा, क्योंकि गृह मंत्री जी जब इंटरवेंशन करेंगे तो स्पेसिफिकली वो इस बात को कहेंगे, इसलिए मैं सिर्फ ऊपर का जो परिस्थिति है उसको बताना चाहता हूं। मणिपुर के अंदर में हमारा देश का सबसे ज्यादा मिलिटेंसी का ऑर्गेनाइजेशन का उत्पन्न हुआ और आपको यह समझना पड़ेगा 2014 के बाद मोदी जी इस देश का जब प्रधानमंत्री के कुर्सी पर बैठे, उसके बाद एक भी पूरे नॉर्थ ईस्ट में नया कोई मिलिटेंसी गुट खड़ा नहीं हुआ। और नॉर्थ ईस्ट के अंदर में टोटल मैं आपको अगर संख्या बताऊंगा, पिछले 9 साल के अंदर में 8000 से ज्यादा जो मिलिटेंट ऑर्गेनाइजेशन में काम करने वाला बंदूक के साथ सरेंडर कर चुके हैं। 800%, 800